किरपा करो दीन के दाते, मेरा गुण अवगुण ना विचारो कोई। माटी का क्या तो है स्वामी, मानस की गत एही। बलिहारी गुरे अपने दिहाड़ी सदवार, जिन मानुस ते देवते किए, करत न लागी बार। जे 100 चंदा युगवै, सूरज चढ़े 1000। इते चानण हुंदिया गुर बिन घोर अंधार। धन वाहिगुरु साहिब जी, माज महला पंजवा, चौप दे घर पहला। मेरा मन लोचै गुर दर्शन ताई, बिलप करे चातृक की न्याई। त्रिखा न उतरै शांत न आवे, बिन दर्शन संत प्यारे जियो। हाँ घोड़ी जियो घोल घुमाई, गुर दर्शन संत प्यारे जियो रहाओ। तेरा मुख सुहावा जियो सहज धुन बाणी, चिर होवा देखे सारिंग पानी। धन स्वदेश जहाँ तू वसया, मेरे सज्जन मीत मुरारे जियो। हाँ घोड़ी हाँ घोल घुमाई, गुर सज्जन मीत मुरारे जियो। रहाओ एक घड़ी न मिलते ता कल जुग होता, हुण कद मिलिए प्रे तुद भगवंता। मोह रैन ना विहावै नींद ना आवे, बिन देखे गुर दरबारे जियो। हाँ घोड़ी जियो घोल घुमाई, तिस सच्चे गुर दरबारे जियो रहाओ। भाग होवा गुर संत मिलाया, प्रभ अविनाशी घर मैं पाया। सेव करी पाल चसा न विछुड़ा, जन नानक दास तुम्हारे जियो। हाँ घोड़ी जियो घोल घुमाई, जन नानक दास तुम्हारे जियो। सेव करी पल चसा न विछड़ा, जन नानक दास तुम्हारे जियो। सारे करियो कृपा। हाँ घोड़ी जियो घोल घुमाई, जन नानक दास तुम्हारे जियो रहाओ। परम
ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਦੇ ਅੰਦਰ ਹਾਜ਼ਰ ਹੋ ਰਹੇ ਸੁਭਾਇਮਾਨ ਗੁਰੂ ਕੇ ਪਿਆਰੇ, ਅਦਬ ਸਹਿਤ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਕੇ ਸਵਾਰਿਆਂ ਪਾਸੋਂ ਜਿੱਥੇ ਸਤਿਗੁਰਾਂ ਦੀ ਮੁਬਾਰਕ ਬਾਣੀ ਹਰੀ ਜਸ ਕੀਰਤਨ ਬੜੇ ਅਦਬ ਸਹਿਤ ਸ਼ਰਵਣ ਕਰ ਰਹੇ ਸਾਂ, ਵਕਤ ਹੈ ਚੱਲ ਲਈ ਲੜੀਵਾਰ ਸਤਿਗੁਰਾਂ ਦੀ ਮੁਬਾਰਕ ਬਾਣੀ ਦੀ ਵਿਚਾਰ ਨਾਲ ਜੁੜਨ ਦਾ। ਆਓ ਚੰਦ ਘੜੀਆਂ ਵਿਚਾਰ ਨਾਲ ਸਾਂਝ ਬਣਾਉਂਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਈਏ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਪਿਆਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਝ ਰਾਗ ਅੰਦਰ ਉਚਾਰਨ ਕੀਤੇ ਹੋਏ ਗੁਰੂ ਰਾਮਦਾਸ ਪਿਤਾ ਜੀ ਦੇ ਪਾਵਨ ਸ਼ਬਦ ਕੱਲ ਦੇ ਦੀਵਾਨ ਤੱਕ ਆਪਾਂ ਵਿਚਾਰ ਰਹੇ ਸਾਂ। ਅੱਜ ਦਾ ਪਾਵਨ ਸ਼ਬਦ ਮਾਝ ਰਾਗ ਵਿੱਚ ਉਸੇ ਲੜੀ 'ਚ ਅਗਲੇਰਾ ਸ਼ਬਦ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਮੰਗਲ ਰੂਪ ਵਿੱਚ ਕੀਤਾ ਹੈ। ਮਾਝ ਮਹਲਾ ਪੰਜਵਾਂ ਪੰਚਮ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਚੌਪਦੇ 4 ਪਦਿਆਂ ਵਾਲਾ ਸ਼ਬਦ ਹੈ। ਘਰ ਪਹਿਲਾ, ਇਹਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਕੀਰਤਨ ਨਾਲ ਸੰਬੰਧਿਤ ਹੁੰਦਾ ਹੈ। ਘਰ ਦਾ ਸੰਬੰਧ ਕੀਰਤਨ ਨਾਲ ਹੁੰਦਾ ਹੈ। ਜਦੋਂ ਵੀ ਬਾਣੀ 'ਚ ਘਰ ਸ਼ਬਦ ਆਉਂਦਾ ਹੈ, ਘਰ ਪਹਿਲਾ, ਦੂਜਾ, ਤੀਜਾ, ਪੰਜਵਾਂ, ਛੇਵਾਂ, ਤਾਂ ਇਹਦਾ ਮਤਲਬ ਇਹ ਹੁੰਦਾ ਵੀ ਇਹਨੂੰ ਇਸ ਘਰ ਵਿੱਚ ਗਾਉਣ ਦੀ ਗੁਰੂ ਸਾਹਿਬ ਜੀ ਨੇ ਹਦਾਇਤ ਕੀਤੀ ਹੈ। ਮਹਲਾ ਦਾ ਅਰਥ ਸਰੀਰ ਹੁੰਦਾ ਹੈ। ਪੰਜਵਾਂ ਦਾ ਅਰਥ ਹੁੰਦਾ ਜਿਹੜੇ ਵੀ ਗੁਰੂ ਸਾਹਿਬ ਦਾ ਸ਼ਬਦ ਹੋਏਗਾ, ਜੇ ਪੰਜਵੇਂ ਪਾਤਸ਼ਾਹ ਜੀ ਦਾ ਹੈ ਤੇ ਮਹਲਾ ਪੰਜਵਾਂ, ਜੇ ਦੂਜੇ ਪਾਤਸ਼ਾਹ ਜੀ ਦਾ ਹੈ ਤੇ ਮਹਲਾ ਦੂਜਾ, ਜੇ ਤੀਸਰੇ ਪਾਤਸ਼ਾਹ ਜੀ ਦਾ ਹੈ ਤੇ ਮਹਲਾ ਤੀਸਰਾ। ਇੱਦਾਂ 5 ਗੁਰੂ ਸਾਹਿਬਾਨ ਲੜੀਵਾਰ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੱਕ। ਫਿਰ ਤੁਸੀਂ ਬਾਣੀ 'ਚੋਂ ਸੁਣੋਗੇ ਮਹਲਾ 9ਵਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ। 6 ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਵਿਚਾਰ ਅਧੀਨ ਸ਼ਬਦ ਜਿਸ ਦਾ ਪਾਠ ਆਪਾਂ ਸਾਰਿਆਂ ਨੇ ਰਲ ਮਿਲ ਕੇ ਕੀਤਾ ਹੈ, ਇਹਦੇ 4 ਬੰਦ ਹਨ ਤੇ ਚਾਰੇ ਬੰਦਾਂ ਦੇ ਨਾਲ ਰਹਾਉ ਵਾਲੇ ਬੰਦ ਦਰਜ ਹਨ। ਆਮ ਕਰਕੇ ਆਪਾਂ ਇਹ ਗੱਲ ਸਮਝਦੇ ਹਾਂ ਵੀ ਕਿਸੇ ਵੀ ਸ਼ਬਦ ਦੇ ਕੇਂਦਰੀ ਖਿਆਲ ਨੂੰ ਗੁਰਾਂ ਨੇ ਰਹਾਉ ਵਾਲੇ ਬੰਦ ਵਿੱਚ ਪ੍ਰਗਟ ਕੀਤਾ ਹੁੰਦਾ, ਪਰ ਬਹੁਤ ਸਾਰੇ ਐਸੇ ਸ਼ਬਦ ਹਨ ਜਿਨ੍ਹਾਂ ਦੇ ਜਿੰਨੇ ਬੰਦ ਹਨ ਉਨੇ ਹੀ ਰਹਾਉ ਵਾਲੇ ਬੰਦ ਹਨ। ਸੋ ਹਰ ਸ਼ਬਦ ਦਾ ਅਖੀਰ ਨਿਚੋੜ ਜਿਹੜਾ ਸਤਿਗੁਰਾਂ ਨੇ ਰਹਾਉ ਵਾਲੇ ਬੰਦ ਵਿੱਚ ਦਿੱਤਾ ਹੈ। ਦੂਸਰੀ ਬੇਨਤੀ, ਤੁਸੀਂ ਇਹ ਸ਼ਬਦ ਬਹੁਤ ਵਾਰ ਸੁਣਿਆ, ਬਹੁਤ ਵਾਰ ਇਹ ਸ਼ਬਦ ਕੀਰਤਨ ਸੁਣਿਆ। ਇਸ ਸ਼ਬਦ ਨਾਲ ਇੱਕ ਉਥਾਨਕਾ ਰੂਪ ਵਿੱਚ ਸਾਖੀ ਵੀ ਪ੍ਰਚਲਿਤ ਕੀਤੀ ਹੋਈ ਹੈ। ਸ਼ਾਇਦ ਤੁਹਾਡੇ 'ਚੋਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਉਹ ਸਾਖੀ ਸੁਣੀ ਹੋਏਗੀ। ਪਰ ਸਾਖੀ ਦੇ ਮੁਤਾਬਕ ਜਿਵੇਂ ਸਾਖੀ ਪ੍ਰਚਲਿਤ ਹੈ, ਉਹ ਸ਼ਬਦ ਦੇ ਮੁਤਾਬਕ ਗੁਰਮਤਿ ਦੀ ਕਸਵੱਟੀ ਤੇ ਠੀਕ ਨਹੀਂ ਉਤਰਦੀ। ਸਾਖੀਕਾਰ ਨੇ ਲਿਖਿਆ ਵੀ ਇਹ ਸ਼ਬਦ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਨੂੰ ਚਿੱਠੀ ਲਿਖੀ ਤੇ ਉਹ ਚਿੱਠੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਗਈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੱਲੋਂ ਲਿਖੀ ਹੋਈ ਚਿੱਠੀ ਗੁਰੂ ਰਾਮਦਾਸ ਪਾਤਸ਼ਾਹ ਜੀ ਪਠਾਏ। ਗੁਰੂ ਰਾਮਦਾਸ ਪਾਤਸ਼ਾਹ ਜੀ ਲਾਹੌਰ ਚਲੇ ਗਏ। ਲਾਹੌਰ ਉਹਨਾਂ ਨੂੰ ਕੁਝ ਵਕਤ ਲੱਗਿਆ ਤਾਂ ਉਹਦੇ ਤੋਂ ਬਾਅਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਿਲ ਨਹੀਂ ਲਾ ਰਹੇ ਸਨ, ਉਹ ਚਾਟ ਹੋ ਰਹੇ ਸਨ, ਤਾਂ ਉਹਨਾਂ ਨੇ ਫਿਰ ਚਿੱਠੀ ਲਿਖੀ। ਪਹਿਲੀ ਗੱਲ ਤਾਂ ਇਹ ਹੈ ਵੀ ਕੋਈ ਪਰਿਵਾਰਕ ਚਿੱਠੀ, ਇੱਕ ਪਰਿਵਾਰ ਦਾ ਜੀ ਦੂਜੇ ਪਰਿਵਾਰ ਨੂੰ ਕੋਈ ਚਿੱਠੀ ਲਿਖੇ ਤੇ ਉਹ ਚਿੱਠੀ ਗੁਰਬਾਣੀ ਦਾ ਹਿੱਸਾ ਨਹੀਂ ਗੁਰੂ ਸਾਹਿਬ ਜੀ ਨੇ ਬਣਾਈ। ਬਹੁਤ ਸਾਰੇ ਥਾਵਾਂ ਤੇ ਗੁਰੂ ਸਾਹਿਬ ਜੀ ਨੇ ਸੁਨੇਹੇ ਦਿੱਤੇ ਹੋਣਗੇ, ਅਕਸਰ ਹੀ ਦਿੱਤੇ ਹੋਣਗੇ, ਇਕੱਲੇ ਗੁਰੂ ਅਰਜਨ ਸਾਹਿਬ ਜਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਨਹੀਂ। ਬਹੁਤ ਵਾਰ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕੋਈ ਸੁਨੇਹਾ ਦਿੱਤਾ ਹੋਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੁਕਮਨਾਮਿਆਂ ਦੇ ਰੂਪ ਵਿੱਚ ਜਿਹੜੇ ਸਾਨੂੰ ਮਿਲ ਵੀ ਜਾਂਦੇ ਹਨ, ਚਿੱਠੀਆਂ ਲਿਖੀਆਂ ਗਈਆਂ, ਪਰ ਉਹ ਚਿੱਠੀ ਗੁਰਬਾਣੀ ਦਾ ਹਿੱਸਾ ਨਹੀਂ ਬਣੀ ਕਦੇ ਵੀ। ਸੋ ਇਹ ਗੁਰੂ ਰਾਮਦਾਸ ਪਿਤਾ ਜੀ ਦੇ ਵੇਲੇ ਦੀ ਚਿੱਠੀ ਗੁਰਬਾਣੀ ਦਾ ਹਿੱਸਾ ਬਣੇ, ਇਹ ਗੱਲ ਬਿਲਕੁਲ ਵੀ ਠੀਕ ਨਹੀਂ ਹੈ। ਇਹ ਪ੍ਰਚਲਿਤ ਸਾਖੀ, ਬਹੁਤ ਸਾਰੀਆਂ ਸਾਖੀਆਂ ਇਸ ਤਰ੍ਹਾਂ ਦੀਆਂ ਹਨ, ਜਿਵੇਂ 1-2 ਉਦਾਹਰਨਾਂ ਤੁਹਾਡੇ ਸਾਹਮਣੇ ਮੈਂ ਰੱਖਦਾ, ਗੱਲ ਸਮਝ ਆਏਗੀ ਸ਼ਾਇਦ। ਤੁਸੀਂ ਗੋਇੰਦਵਾਲ ਸਾਹਿਬ ਜਦੋਂ ਨਮਸਕਾਰ ਕਰੋਗੇ ਨਾ ਤੇ ਉੱਥੇ ਇੱਕ
ਚਬਾਰਾ ਸਾਹਿਬ ਗੁਰਦੁਆਰਾ ਹੈ, ਜੇ ਤੁਹਾਡੇ ਚੋਂ ਕਿਸੇ ਨੇ ਦਰਸ਼ਨ ਕੀਤੇ ਹੋਣ। ਚਬਾਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਛੋਟਾ ਜਿਹਾ ਕਮਰਾ ਹੈ ਜਿੱਥੇ ਕਿੱਲੀ ਬਣੀ ਹੋਈ ਹੈ ਇੱਕ, ਔਰ ਉਸ ਕਿੱਲੀ ਦੇ ਨਾਲ ਥੱਲੇ ਬੰਨੇ ਇਤਿਹਾਸ ਲਿਖਿਆ ਵੀ ਇਸ ਕਿੱਲੀ ਦੇ ਨਾਲ ਕੇਸ ਬੰਨ੍ਹ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਭਗਤੀ ਕਰਦੇ ਰਹੇ। ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਹੀ ਮਨ ਹੱਠ ਭਗਤੀ ਨੂੰ ਨਹੀਂ ਮੰਨਦੇ। ਮਨ ਹੱਠ ਦਾ ਮਤਲਬ ਹੁੰਦਾ ਹੈ ਸਰੀਰ ਨੂੰ ਤਸੀਹਾ ਦੇਣਾ ਕਿਸੇ ਵੀ ਰੂਪ ਵਿੱਚ। ਗੁਰਮਤਿ ਕਿਸੇ ਵੀ ਤਰ੍ਹਾਂ ਦੇ ਮਨ ਹੱਠ ਨੂੰ ਨਹੀਂ ਮੰਨਦੀ, ਤੇ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮਨ ਹੱਠ ਕਿਨੇ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਮਨ ਦੇ ਹੱਠ ਨਾਲ ਰੱਬ ਨਹੀਂ ਮਿਲਦਾ। ਦੁਨੀਆ ਦਾ ਬਹੁਤ ਵੱਡਾ ਹਿੱਸਾ ਇਸ ਤਰ੍ਹਾਂ ਦਾ ਮਨ ਹੱਠ ਗੁਰੂ ਦੇ ਨਾਲ, ਰੱਬ ਨਾਲ ਕਰਦਾ ਰਹਿੰਦਾ। ਹੁਣ ਜਿਹੜੀ ਗੱਲ ਗੁਰਮਤਿ ਵਿੱਚ ਗੁਰੂ ਸਾਹਿਬ ਜੀ ਨੇ ਬਾਣੀ ਦੇ ਰਾਹੀਂ ਰਿਜੈਕਟ ਕੀਤੀ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਰੱਦ ਕੀਤਾ ਹੈ, ਉਹ ਗੁਰੂ ਸਾਹਿਬ ਜੀ ਦੇ ਆਪਣੇ ਜੀਵਨ ਨਾਲ ਹੀ ਗੱਲ ਜੋੜ ਲਈ ਗਈ। ਪਰ ਤੁਸੀਂ ਉੱਥੇ ਵੇਖੋਗੇ ਕਿ ਛੋਟੀ ਜਿਹੀ ਡੱਬੀ ਦੇ ਵਿੱਚ ਨਾ ਕੇਸ ਰੱਖੇ ਹੋਏ ਨੇ, ਔਰ ਉਹ ਕਹਿੰਦੇ ਨੇ ਵੀ ਇਹ ਕੇਸ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ। ਹੁਣ ਤੁਸੀਂ ਅੰਦਾਜ਼ਾ ਲਾਓ, ਥੋੜਾ ਜਿਹਾ ਸੁਰਤ ਤੇ ਜ਼ੋਰ ਦਿਓ ਵੀ ਜਿਹੜੇ ਉਹ ਕੇਸ ਨੇ, ਉਹ ਕੇਸ ਜਾਂ ਤਾਂ ਗੁਰੂ ਸਾਹਿਬ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਸਿੱਖਾਂ ਨੇ ਸੰਭਾਲੇ, ਜਾਂ ਗੁਰੂ ਸਾਹਿਬ ਜੀ ਦੇ ਹੁੰਦਿਆਂ ਗੁਰੂ ਸਾਹਿਬ ਨੇ ਸੰਭਾਲੇ। ਤੇ ਕੀ ਕਿਸੇ ਵੀ ਗੁਰੂ ਸਾਹਿਬਾਨ ਦੇ ਈਵਨ ਅੱਜ ਤੱਕ ਵੀ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ ਤੇ ਉਹਦੇ ਕੇਸਾਂ ਨੂੰ ਅਸੀਂ ਇੱਦਾਂ ਵੱਖਰੀ ਤਰ੍ਹਾਂ ਨਾਲ ਨਹੀਂ ਸੰਭਾਲਦੇ, ਤੇ ਜੇ ਸੰਭਾਲਦੇ ਹਾਂ ਤੇ ਉਹ ਕੇਸ ਕੱਟ ਕੇ ਹੀ ਸੰਭਾਲੇ ਜਾ ਸਕਦੇ ਹਨ। ਤਾਂ ਇੱਦਾਂ ਕੇਸ ਤਾਂ ਕੱਟੇ ਹੀ ਨਹੀਂ ਜਾ ਸਕਦੇ। ਸੋ ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ ਜਿਨ੍ਹਾਂ ਸਾਖੀਆਂ ਦਾ ਗੁਰਮਤਿ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਪਰ ਸਮੇਂ ਦੀ ਉਥਾਨਕਾ ਦੇ ਮੁਤਾਬਕ ਉਹ ਸਾਖੀਆਂ ਉਸ ਵੇਲੇ ਪ੍ਰਚਲਿਤ ਕਰ ਦਿੱਤੀਆਂ ਜਾਂਦੀਆਂ। ਜਿਵੇਂ ਇੱਕ ਸਾਖੀ ਹੈ ਵੀ ਭਾਈ ਮੰਝ ਜਿਹੜੇ ਨੇ ਗੁਰੂ ਦੇ ਸੇਵਕ ਬਣ ਗਏ ਤੇ ਉਹਨਾਂ ਨੇ ਆਪਣਾ ਪਰਿਵਾਰ ਵੇਚਤਾ। ਗੁਰੂ ਸਾਹਿਬ ਜੀ ਇਸ ਹੱਦ ਤੱਕ ਨਹੀਂ ਕਿਸੇ ਨੂੰ ਵੀ ਤੁਸੀਂ ਆਪਣਾ ਪਰਿਵਾਰ ਵੇਚ ਕੇ ਤੇ ਸਿੱਖੀ ਨਿਭਾਓ। ਉਹਨਾਂ ਨੇ ਆਪਣੀ ਪਤਨੀ ਨੂੰ ਵੇਚਿਆ, ਆਪਣੀ ਬੱਚੀ ਨੂੰ ਵੇਚਿਆ। ਤੋ ਇਹ ਗੁਰਮਤਿ ਦਾ ਕੋਈ ਦ੍ਰਿਸ਼ਟੀਕੋਣ ਨਹੀਂ। ਗੁਰਮਤਿ ਤਾਂ ਸਗੋਂ ਜਿਹੜੇ ਲੋਕ ਇਸ ਤਰ੍ਹਾਂ ਦੇ ਕਰਮ ਕਰਦੇ ਸਨ ਉਹਨਾਂ ਨੂੰ ਵੀ ਗੁਰਮਤਿ ਵਰਜਦੀ ਹੈ, ਤੇ ਗੁਰੂ ਦਾ ਸਿੱਖ ਕੋਈ ਏਦਾਂ ਦਾ ਕਰਮ ਕਰੇ। ਔਰ ਉਹ ਸਾਖੀਆਂ ਕਿੱਥੇ ਲਿਖੀਆਂ ਗਈਆਂ? ਉਹ ਲਿਖੀਆਂ ਗਈਆਂ ਇਹਨਾਂ ਸ਼ਬਦਾਂ ਦੀ ਉਥਾਨਕਾ ਵਿੱਚ, ਜਿੱਥੇ ਸ਼ਬਦ ਵਰਤਿਆ ਗਿਆ, ਕੋਹ ਹੈ ਲੜਕਾ ਵੇਚੇ, ਲੜਕੀ ਵੇਚੇ ਕੋਏ, ਸਾਂਝਾ ਕਰੇ ਕਬੀਰ ਸਿੰਘ, ਹਰ ਸਿਉ ਬੰਜ ਕਰੇ। ਸਾਡੇ ਬੰਦਿਆਂ ਨੂੰ ਲੱਗਿਆ ਵੀ ਸ਼ਾਇਦ ਇਸ ਸ਼ਬਦ ਵਿੱਚ ਪਰਿਵਾਰਕ ਜੀਆਂ ਨੂੰ ਵੇਚਣ ਦੀ ਗੱਲ ਚੱਲ ਰਹੀ ਹੈ, ਤੇ ਅਸੀਂ ਕਿਸੇ ਸਿੱਖ ਨੂੰ ਫਿੱਟ ਕਰਨਾ ਹੈ, ਤੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਭਾਈ ਮੰਝ ਦਾ ਜੀਵਨ ਇੱਥੇ ਫਿੱਟ ਕਰਤਾ। ਹਾਲਾਂਕਿ ਇਹ ਗੱਲ ਬਿਲਕੁਲ ਕੋਰਾ ਝੂਠ ਹੈ। ਕੋਈ ਵੀ ਸਿੱਖ ਆਪਣੇ ਪਰਿਵਾਰਕ ਬੱਚਿਆਂ ਨੂੰ ਵੇਚਣ ਵਾਲਾ ਸਿਲਸਿਲਾ ਗੁਰਮਤਿ ਵਿੱਚ ਤਾਂ ਬਿਲਕੁਲ ਵੀ ਨਹੀਂ ਹੈ। ਸਗੋਂ ਉਹਨਾਂ ਸਾਰੀਆਂ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਯੂਪੀ ਦੇ ਵਿੱਚ ਗੁਰਦੁਆਰਾ ਬਣਿਆ ਹੁਣ ਇਸ ਵੇਲੇ ਉੱਤਰਾਖੰਡ ਦੇ ਵਿੱਚ ਹੈ, ਜਿਸ ਗੁਰਦੁਆਰਾ ਸਾਹਿਬ ਨੂੰ ਅਸੀਂ ਬਹੁਤ ਵਾਰ ਨਮਸਕਾਰ, ਸ਼ਾਇਦ ਤੁਹਾਡੇ ਚੋਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਉਹਦੇ ਦਰਸ਼ਨ ਕੀਤੇ ਹੋਣਗੇ, ਗੁਰਦੁਆਰਾ ਟਾਂਡਾ ਸਾਹਿਬ। ਉਸ ਜਗ੍ਹਾ ਤੇ ਮਨੁੱਖਾਂ ਦੀ ਬੋਲੀ ਲੱਗਦੀ ਹੁੰਦੀ ਸੀ। ਮਨੁੱਖ ਗੁਲਾਮ ਹੁੰਦੇ ਔਰ ਉੱਥੇ ਬਕਾਇਦਾ ਮਨੁੱਖਾਂ ਦੀ ਬੋਲੀ ਲਾ ਕੇ ਤੇ ਵਿਦੇਸ਼ਾਂ ਦੇ ਵਿੱਚ ਬੰਦੇ ਵੇਚੇ ਜਾਂਦੇ। ਗੁਰੂ ਸਾਹਿਬ ਜੀ ਉੱਥੇ ਜਾ ਕੇ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਕਿਸ ਤਰ੍ਹਾਂ ਦੇ ਬਣੇ ਲੋਕ ਹੋ ਵੀ ਬੰਦਿਆਂ ਨੂੰ ਵੇਚਿਆ ਜਾ ਰਿਹਾ। ਤੇ ਦੂਜੇ ਬੰਨੇ ਸਿੱਖ ਦੇ ਨਾਲ ਹੀ ਇਹ ਸਾਰੀ ਘਟਨਾ ਜੋੜ ਦਿੱਤੀ ਜਾਏ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬੜੇ ਧਿਆਨ ਨਾਲ ਸਮਝਣ ਵਾਲੀਆਂ। ਅਸੀਂ ਅਚੇਤਪਨ ਵਿੱਚ ਕਦੀ ਜਾਂ ਅਸੀਂ ਭੋਲੇਪਨ ਵਿੱਚ ਇਹਨਾਂ ਗੱਲਾਂ ਨੂੰ ਸੁਣ ਲੈਂਦੇ ਹਾਂ ਤੇ ਇਹਨਾਂ ਨੂੰ ਮੰਨ ਲੈਂਦੇ ਹਾਂ। ਸੋ ਖੈਰ, ਜਿਹੜੀ ਇਹ ਸਾਖੀ ਨਾਲ ਇਹਦੇ ਪ੍ਰਚਲਿਤ ਕੀਤੀ ਗਈ ਹੈ ਟੋਟਲੀ ਰੋਂਗ ਹੈ, ਬਿਲਕੁਲ ਵੀ ਗੁਰਮਤਿ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ। ਜਦੋਂ ਆਪਾਂ ਸ਼ਬਦ ਵਿਚਾਰਾਂਗੇ ਤੇ ਬਹੁਤ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਆਪੇ ਆ ਜਾਣਗੀਆਂ। ਪਹਿਲੀ ਗੱਲ ਤਾਂ ਇਹ ਹੈ, ਪਹਿਲੇ ਬੰਦ ਵਿੱਚ ਸਤਿਗੁਰੂ ਜੀ ਕਹਿੰਦੇ ਹਉ ਘੋਲ ਘੁਮਾਈ ਰਹਾਉ ਵਾਲਾ ਬੰਦ। ਹਉ ਘੋਲ ਘੁਮਾਈ, ਹਉ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਮੈਂ ਕੁਰਬਾਨ ਜਾਨਾ ਆਪਣੇ ਗੁਰੂ ਤੋਂ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਗੁਰੂ ਕੌਣ ਹੈ, ਇਹ ਗੱਲ ਚੇਤੇ ਰੱਖਿਓ, ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਗੁਰੂ ਹੈ ਸ਼ਬਦ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬਾਰ-ਬਾਰ ਇਸ ਗੱਲ ਤੇ ਜ਼ੋਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਦੂਸਰੀ ਗੱਲ, ਜਿਹੜਾ ਸਿੱਖ ਹੈ ਗੁਰੂ ਮੰਨਦਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ, ਪਰਮਾਤਮਾ ਨੂੰ, ਜਿਹਦਾ ਜਨਮ ਨਹੀਂ ਹੁੰਦਾ, ਜਿਹਦੀ ਮੌਤ ਨਹੀਂ ਹੁੰਦੀ, ਸਾਰੀ ਸ੍ਰਿਸ਼ਟੀ ਦਾ ਉਹ ਮਾਲਕ ਹੈ, ਅਸੀਂ ਉਹਨੂੰ ਗੁਰੂ ਮੰਨਦੇ ਹਾਂ। ਤਾਂ ਇਹਦਾ ਮਤਲਬ ਹੈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਗੁਰੂ ਦੇ ਦੀਦਾਰ ਦੀ
ਜਿਹੜੀ ਭਾਵਨਾ ਵਾ ਉਹ ਪ੍ਰਗਟ ਕਰ ਰਹੇ ਨੇ। ਦੂਸਰੀ ਗੱਲ, ਗੁਰਬਾਣੀ ਹਰ ਉਹ ਸ਼ਬਦ ਹੈ ਜਦੋਂ ਗੁਰੂ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬੈਠ ਕੇ ਉਚਾਰਨ ਕੀਤੀ ਹੈ। ਚੇਤਾ ਰੱਖਿਓ, ਧਿਆਨ ਨਾਲ ਇਸ ਨੁਕਤੇ ਨੂੰ ਸਮਝਿਓ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਤੋਂ ਪਹਿਲਾਂ ਦੇਵੀ ਦੇਵਤਿਆਂ ਦੇ ਉਪਾਸ਼ਕ ਰਹੇ ਨੇ। ਕੋਈ ਬੰਦਾ ਸਾਨੂੰ ਇਹ ਕਵੇ ਵੀ ਜਿਹੜੀ ਗੱਲ ਭਾਈ ਲਹਿਣਾ ਜੀ ਦੇ ਜੀਵਨ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਪਹਿਲਾਂ ਹੈਗੀ ਆ, ਸਿੱਖਾਂ ਨੂੰ ਉਹ ਮੰਨਣੀ ਚਾਹੀਦੀ ਹੈ, ਤੇ ਅਸੀਂ ਇੱਕ ਵੀ ਗੱਲ ਉਹ ਨਹੀਂ ਮੰਨਦੇ ਜਿਹੜੀ ਗੁਰੂ ਸਾਹਿਬ ਜੀ ਦੇ ਮਿਲਣ ਤੋਂ ਪਹਿਲਾਂ ਭਾਈ ਲਹਿਣਾ ਜੀ ਦੇ ਜੀਵਨ ਵਿੱਚ ਹੈ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ, ਉਸ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਨਹੀਂ ਬੈਠੇ। ਇਹਦਾ ਮਤਲਬ ਹੈ ਇਹ ਬਾਣੀ ਗੁਰੂ ਦੀ ਉਚਾਰਨ ਕੀਤੀ ਹੋ। ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬੈਠੇ ਨੇ, ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਸਰੀਰ ਕਰਕੇ ਨਹੀਂ ਹਨ। ਸਰੀਰ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਉਸ ਵੇਲੇ ਨਹੀਂ। ਇਦਾਂ ਹੀ ਹੋਇਆ ਸਾਰੇ ਗੁਰੂ ਸਾਹਿਬਾਨ ਨੇ। ਜਿਵੇਂ ਇੱਕ ਰਾਤੀ ਸਵਾਲ ਵੀ ਸੀਗਾ ਵੀ ਅਲੱਗ-ਅਲੱਗ ਗੁਰੂ ਕਿਵੇਂ ਹੋ ਸਕਦੇ ਨੇ? ਗੁਰੂ ਅਲੱਗ-ਅਲੱਗ ਨਹੀਂ ਹਨ, ਗੁਰੂ ਇੱਕੋ ਹੀ, ਗੁਰੂ ਕਈ ਨਹੀਂ ਹਨ। ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਗੁਰੂ ਨੇ, ਉਸ ਵੇਲੇ ਭਾਈ ਲਹਿਣਾ ਜੀ ਗੁਰੂ ਨਹੀਂ। ਜਦੋਂ ਭਾਈ ਲਹਿਣਾ ਜੀ ਗੁਰੂ ਨੇ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਗੁਰੂ ਨਹੀਂ। ਸਰੀਰ ਰੂਪ ਅਲੱਗ-ਅਲੱਗ ਰੂਪ ਹੋ ਸਕਦੇ ਨੇ, ਪਰ ਜੋਤ ਸਾਰਿਆਂ ਵਿੱਚ ਇੱਕੋ ਹੀ ਹੈ। ਜਦੋਂ ਇਹੋ ਜੋਤ ਸਫ਼ਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਵਿੱਚ ਟਿਕਾਈ ਗਈ ਤੇ ਦਸਵੇਂ ਪਾਤਸ਼ਾਹ ਜੀ ਨੇ ਕਹਿ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉਹਦੇ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਲੱਗ ਪਏ। ਗੁਰੂ ਗ੍ਰੰਥ ਸਾਹਿਬ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਹੈ, ਪਰ ਇਹਦਾ ਮਤਲਬ ਇਹ ਨਹੀਂ ਅਸੀਂ 35 ਨੂੰ ਗੁਰੂ ਮੰਨਦੇ ਹਾਂ। ਅਸੀਂ ਅੱਜ ਵੀ ਗੁਰੂ ਇੱਕੋ ਨਹੀਂ ਮੰਨਦੇ। ਉਸ ਵੇਲੇ ਵੀ ਗੁਰੂ ਇੱਕ ਸੀ, ਅੱਜ ਵੀ ਗੁਰੂ ਇੱਕ ਹੈ। ਤੇ ਉਹ ਗੁਰੂ ਕੀ ਹੈ? ਸ਼ਬਦ। ਉਹ ਗੁਰੂ ਕੀ ਹੈ? ਗੁਰੂ ਗ੍ਰੰਥ ਸਾਹਿਬ ਵਿਚਲਾ ਸਮੁੱਚਾ ਗਿਆਨ, ਸਮਝ, ਵਿਵੇਕ, ਬੁੱਧ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਬਖਸ਼ਦੀ ਹੈ। ਤੇ ਜਦੋਂ ਅਸੀਂ ਇਸ ਤਰ੍ਹਾਂ ਨਾਲ ਇਹਨਾਂ ਗੱਲਾਂ ਨੂੰ ਸਮਝਾਂਗੇ ਤਾਂ ਸਾਡੇ ਬਹੁਤ ਛੇਤੀ ਹੈ ਜਿਹੜੇ ਭੁਲੇਖੇ, ਡਾਊਟ ਸਾਡੇ ਮਨ ਵਿੱਚ ਅਸੀਂ ਕੀ ਕਰਦੇ ਹਾਂ? 10 ਗੁਰੂ ਸਾਹਿਬਾਨ ਸਰੀਰ ਕਰਕੇ 10 ਨੇ ਤੇ ਸੁਰਤ ਕਰਕੇ ਇੱਕੋ ਹੀ। 10 ਗੁਰੂ ਸਾਹਿਬਾਨ ਸਰੀਰ, ਹਾਂ ਸਰੀਰ ਕਰਕੇ 10 ਹੀ ਅਲੱਗ-ਅਲੱਗ ਮਿਲਣਗੇ ਤੁਹਾਨੂੰ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਮਾਤਾ ਪਿਤਾ ਜੀ ਨੇ, ਫਿਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੇ ਮਾਤਾ ਪਿਤਾ ਜੀ ਨੇ। ਪਰ ਜਿਹੜਾ ਗੁਰਤਾ ਗੱਦੀ ਹੈ ਨਾ, ਉਹ ਸ਼ਬਦ ਨੂੰ ਮਿਲੀ ਹੈ, ਉਹ ਸਿਧਾਂਤ ਨੂੰ ਹੀ ਮਿਲੀ ਹੈ ਪਹਿਲੇ ਦਿਨ ਤੋਂ। ਹਾਂ, ਉਸ ਜਗ੍ਹਾ ਤੇ ਕਿਤੇ ਗੁਰੂ ਨਾਨਕ ਸਾਹਿਬ ਜੀ ਸਫ਼ਰ ਕਰ ਰਹੇ ਸਨ, ਕਿਤੇ ਉੱਥੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਸਫ਼ਰ ਕਰ ਰਹੇ ਸਨ। ਜਦੋਂ ਇਹ ਜੋਤ ਸਫ਼ਰ ਕਰਦਿਆਂ ਸ਼ਬਦ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਣ ਵਿਰਾਜਮਾਨ ਹੋਈ, ਤਾਂ ਅਸੀਂ ਉਹਦੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਰਹੇ ਹਾਂ। ਤਾਂ ਜਦੋਂ ਅਸੀਂ ਸ਼ਬਦਾਂ ਨੂੰ ਇਸ ਰੂਪ ਵਿੱਚ ਵੇਖਣ ਦੀ ਕੋਸ਼ਿਸ਼ ਕਰਾਂਗੇ, ਜਿਹੜੀ ਗੱਲ ਭਾਈ ਲਹਿਣਾ ਜੀ ਦੇ ਜੀਵਨ ਵਿੱਚ 1532 ਤੋਂ ਪਹਿਲਾਂ, 1539 ਤੋਂ ਪਹਿਲਾਂ ਹੈ, ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ। ਈਵਨ ਉਹ ਦੇਵੀ ਦੇਵਤਿਆਂ ਦੇ ਉਪਾਸ਼ਕ ਵੀ ਹੈ ਨੇ। ਕੱਲ ਨੂੰ ਕੋਈ ਕਹਿ ਸਕਦਾ ਵੀ ਭਾਈ ਲਹਿਣਾ ਜੀ ਸਾਡੇ ਉਹ ਗੁਰੂ ਉਦਣ ਨੇ ਜਿੱਦਣ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਗੁਰਤਾ ਗੱਦੀ ਲੈ ਕੇ ਔਰ ਗੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਨੇ। ਸੋ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਨੇ, ਉਦੋਂ ਗੁਰੂ ਅਰਜਨ ਸਾਹਿਬ ਜੀ ਗੁਰੂ ਨਹੀਂ ਹਨ। ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਗੁਰੂ ਨਹੀਂ ਹਨ ਤੇ ਉਹਨਾਂ ਦੇ ਲਿਖੇ ਹੋਏ ਸ਼ਬਦ ਗੁਰਬਾਣੀ ਨਹੀਂ ਹੈ। ਇਸ ਲਈ ਇਹ ਸ਼ਬਦ ਗੁਰੂ ਸਾਹਿਬ ਜੀ ਨੇ ਉਦੋਂ ਉਚਾਰਨ ਕੀਤੇ ਨੇ ਜਦੋਂ ਉਹ ਗੁਰਤਾ ਗੱਦੀ ਤੇ ਹਨ। ਤੇ ਗੁਰਤਾ ਗੱਦੀ ਤੇ ਬੈਠ ਕੇ ਉਹਨਾਂ ਨੇ ਇਸ ਸ਼ਬਦ ਵਿੱਚ ਗੁਰੂ ਦੇ ਦਰਸ਼ਨਾਂ ਦੀ ਤਾਂਘ ਕੀਤੀ ਹੈ, ਨਾ ਕਿ ਪਿਤਾ ਜੀ ਦੇ ਦਰਸ਼ਨਾਂ ਦੀ ਤਾਂਘ ਕੀਤੀ ਹੈ। ਪਿਤਾ ਜੀ ਲਈ ਨਹੀਂ ਸ਼ਬਦ ਲਿਖਿਆ ਗਿਆ, ਗੁਰੂ ਲਈ ਸ਼ਬਦ ਲਿਖਿਆ ਗਿਆ। ਤੁਹਾਡੇ ਸਾਹਮਣੇ ਪੰਕਤੀਆਂ ਨੇ, ਹਉ ਘੋੜੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਮੈਨੂੰ ਗੁਰੂ ਦੇ ਦਰਸ਼ਨਾਂ ਦੀ ਤਾਂਘ ਹੈ, ਮੈਂ ਗੁਰੂ ਦੇ ਦਰਸ਼ਨਾਂ ਲਈ ਵਿਲਪ ਰਿਹਾ। ਕਿਵੇਂ? ਮੇਰਾ ਮਨ ਲੋਚੈ, ਬੋਲੋ ਗੱਜ ਕੇ ਸਾਰੇ, ਪੰਕਤੀਆਂ ਆਉਂਦੀਆਂ ਨੇ ਤੁਹਾਨੂੰ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਂ, ਕਿਹਦੇ ਦਰਸ਼ਨਾਂ ਲਈ? ਗੁਰੂ ਲਈ। ਤੇ ਗੁਰੂ ਕੀ ਹੈ? ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਾ ਨਹੀਂ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾਂ ਕਾ ਨਾਮ ਵਿਵੇਕੋ। ਸੋ ਜਦੋਂ ਗੁਰਮਤਿ ਦੇ ਦ੍ਰਿਸ਼ਟੀਕੋਣ ਤੋਂ ਆਪਾਂ ਵੇਖਾਂਗੇ ਤਾਂ ਇਹਦਾ ਮਤਲਬ ਹੈ ਜਿਹੜਾ ਗੁਰੂ ਹੈ ਉਹ ਸ਼ਬਦ ਹੈ, ਤੇ ਗੁਰੂ ਸਾਹਿਬ ਜੀ ਉਸ ਗੁਰੂ ਦੀ ਤਾਂਘ ਦੀ ਗੱਲ ਕਰ ਰਹੇ ਨੇ। ਤੇ ਜਦੋਂ ਆਪਾਂ ਅੱਜ ਇਹ ਸ਼ਬਦ ਵਿਚਾਰ ਰਹੇ ਹਾਂ ਤਾਂ ਅਸੀਂ ਸਾਰੇ ਵੀ ਇਸ ਗੱਲ ਨੂੰ ਸਵੀਕਾਰ ਕਰੀਏ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਵਿਲਪ ਕਰੈ ਚਾਤ੍ਰਿਕ ਕੀ ਨਿਆਈ। ਜਿਵੇਂ ਬਬੀਹਾ ਸਵਾਤੀ ਬੂਦ ਨੂੰ ਤਰਸਦਾ ਹੈ, ਏਦਾਂ ਗੁਰੂ ਦਾ ਸਿੱਖ ਗੁਰੂ ਦੇ ਸ਼ਬਦ ਲਈ, ਗੁਰੂ ਦੀ ਸਿੱਖਿਆ ਲਈ ਤਰਸਦਾ ਹੈ। ਵਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰੇਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀ।
ਹੁਣ ਵੇਖੋ पहली पंक्ति च की गल चल रही सी, मेरा मन लोचै गुर दर्शन ताई। दूजे वाक की सन, बिलप करे चातरक की नाई गुरु दे दर्शना ली। अगली पंक्ति च आ गया, त्रिखा न उतरे शांत न आवे, मेरी त्रिखा नहीं बुझ रही, प्यास नहीं बुझ रही, मैनू शांति नहीं मिल रही, बिन दर्शन संत प्यारे जियो। हुण इत्थे संत दा अर्थ कोई व्यक्ति नहीं होएगा। ਜਿਹੜੇ ਪਹਿਲੇ ਬੰਦ ਵਿੱਚ ਗੱਲ ਚੱਲ ਰਹੀ ਹੈ, ਜਿਹੜੀ ਰਹਾਉ ਵਾਲੇ ਬੰਦ ਵਿੱਚ ਗੱਲ ਚੱਲ ਰਹੀ ਹੈ, ਉਸੇ ਗੱਲ ਨੂੰ ਗੁਰੂ ਸਾਹਿਬ ਜੀ ਇੱਥੇ ਕਲੀਅਰ ਕਰ ਰਹੇ ਹਨ ਸਪਸ਼ਟ ਸਾਡੇ ਸਾਹਮਣੇ। ਬਿਨ ਦਰਸ਼ਨ ਸੰਤ ਪਿਆਰੇ ਜੀਓ, ਯਾਨੀ ਕਿ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਮੇਰੇ ਮਨ ਨੂੰ ਸ਼ਾਂਤੀ, ਮੇਰੇ ਮਨ ਨੂੰ ਟਿਕਾ ਨਹੀਂ ਆਉਂਦਾ। ਤੇ ਗੁਰੂ ਸਾਰੇ ਸਿੱਖ ਜਗਤ ਦਾ ਇੱਕੋ ਹੀ ਹੈ, ਉਹ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਿਧਾਂਤ। फिर अगलेरे बंद में महाराज सच्चे पातशाह जी बख्शिश करते, रहाओ वाला बंद कहते, हों घोड़ी हों घोड़ घुमाई गुर सज्जन मीत मुरारे जियो। फिर शब्द वरत्या, मैं बलिहार जाना, मैं कुर्बान जाना गुरु सज्जन दे उत्तों। जिहड़ा गुरु सज्जन मैनू मिले तो मेरे मन में शांति ते टिका आउंदा है। पहला बंद वेखो, तेरा मुख सुहावा जियो सहज धुन बाणी। तेरा मुख सुहावा जियो सहज धुन बाणी। हे अकाल पुरख वाहिगुरू जी, हे गुरु परमात्मा जी, तेरा मुखड़ा बड़ा खूबसूरत है, तेरी दिख बड़ी प्यारी है। किहड़ी दिख? जिहड़ी मेरे अंदर सहज धुन पैदा कर दे, वो बाणी। बाणी गुरु है और बाणी का जिक्र ही चल रहा है। सहज धुन बाणी, चिर होवा देखे सारंग पानी। वक्त लंघ गया, समा बतीत हो गया, मैं अपने गुरु दे दर्शन नहीं कीते। बहुत जन्म बिछड़े ते माधो, ये जन्म तुम्हारे लेखे। कह रविदास आस लग जीवो चिर भयो। हुणे रविदास जी ने किनू चिट्ठी लिखी है? जे इत्थे इन्हां शब्दां नूं आपां चिट्ठी नाल जोड़ना ते इस रविदास, ये शब्द सेम तुहानूं इदां दे शब्द एक थां ते नहीं, बहुत सारे थावां ते मिलणगे। रविदास जी कहते, बहुत जन्म बिछड़े थे माधो, ये जन्म तुम्हारे लेखे। कह रविदास आस लग जीवो चिर भयो दर्शन देखे। बहुत लंबा समा हो गया, मैं तुहाडे दीदार नहीं कीते, तुहानूं वेखिया नहीं। वेखण दा मतलब हुंदा है महसूस करना। गुरमत विच वेखण दा मतलब की है? फील करना। एक हुंदा है तुसीं शक्ल वेख लई किसे दी, एक हुंदा है तुसीं जाणदे हो, फील करदे हो, एहसास होवे तुहानूं। अज का जिहड़ा समा है ना, अज असीं गुरु साहब जी नूं ना फील नहीं कर पा रहे। वेखते रहे हैं सारे, सारा जगत वेख रहे, पर जिहड़े फील है ना, वो नहीं साडे गुरु साहब वाले हैगे। सानूं गुरु साहब जी नूं फील करना नहीं आउंदा, महसूस नहीं कर पा रहे। गुरमत का संबंध है महसूस करना, ते महसूस करना जदों शुरू करांगे ना, उस वेले सानूं इदां नहीं लगेगा भी इस थां ते गुरु हैगा ते इस थां ते गुरु साहब जी नहीं हैगे। एहसास तुहाडे अंदर हर वेले होएगा, सवेर होवे, दोपहर होवे, शाम होवे, तुसी काम ते हो, तुसी घर हो, तुसी पार्क च बैठे हो, तुसी सफर ते हो, तुहानूं फील ये होवे गुर मेरे संग गज के, गुर मेरे संग सदा है नाले। हुण ये शब्द याद रखियो, सदा है नाले। सानूं ऐ लगदा सवेरे मैं गुरु नूं वेखिया, मैं शाम नूं गुरु नूं वेखांगा। गुरु ग्रंथ साहब जी की बाणी कहती है, नहीं भाई ये नहीं गल ठीक है। गुरु नूं सवेरे बह के गल्लां करिया कर, शाम नूं बह के गल्लां करिया कर, पर फील गुरु नूं हर वेले अपने नाल करिया कर। तुसीं वेखो इहनूं फॉर एग्जाम्पल इदां समझदे आं आपां, जदों बच्चा घरों तुरन लगदा जां बच्ची घरों तुरन लगदी ते कई बार माँ ते बाप उहनूं कहंदे भी पुੱਤ मेरी पग दा ध्यान रखी। हुण पग दा ध्यान रखण दा मतलब की है भला? कि वो हर वेले उहदी दिमाग विच, उहदी सुरत विच रवे मेरा बापू मेरी बेबे चार बंदियां च बह के धौन उच्ची करके गल करन वाले, और मैं अपनी जिंदगी च कदी भी कोई इहो जिहा कदम ना पुੱਟ ਲਾਂ ਜਿਹੜਾ मेरे बापू नूं नीवी पाउणी पै जाए, ਜਿਹਦੇ ਨਾਲ मेरी माँ नूं किसे दे सामने अखां झुकाउणीਆਂ पै जाण। हुण ये उदां होएगा जदों दुनिया का कोई बंदा किसी भी थां ते जिथे माँ बाप की मौजूदगी नहीं है, पर जे कोई बच्चा उन्होंने कुराए पाउण की कोशिश करे तो वह कहे भी नहीं भाई मेरे नाल मेरा पिता आ, मेरे नाल मेरी माँ आ, मेरे नाल मेरा परिवार खलोता,
मेरी निकी जी गलती मेरे परिवार का सिर झुका देगी, तो मेरा निका जिहा चंगा कीता कदम मेरे माँ बाप का सिर उच्चा करेगा। इस करके मैं अपने माँ बाप को अपने तो दूर कदे भी फील नहीं करती, जां कदे भी फील नहीं करता। इनू कहते हैं माँ बाप को हमेशा अपने नाल समझना। इदा गुरु साहब जी को समझ लो तुसीं। गुरु साहब असीं किते भी होइए, कोई कर्म करने लई बंदा सानू कहे, असीं कहिए नहीं भाई साडा गुरु सानू इस काम की आग्या नहीं दिंदा। तुसीं वेखो कितनी खूबसूरती होवे। फिर कोई बंदा कहे भी आपां ना इदां करदे आ, थोड़ा जिहा झूठ बोलना पैना, चलाकियां करनियां पैणियां, माया बड़ी आऊगी इहदे विच। दो चार बंदियां नाल आपां धोखा करना, वो बंदा उस वेले उन्होंने एहसास करावे भी नहीं मेरा गुरु कहंदा पर का बुरा ना रखो चीत। मेरा गुरु नहीं परमिशन दिंदा। इनू कहंदे ने गुर मेरा संग सदा है नाले। जिदन फीलिंग च गुरु आ गया, एहसास च गुरु आ गया तुहाडे, असी समाज विच रहिंदे होए किसी भी बंदे नूं धोखा नहीं दे सकते, क्योंकि गुरु साहब जी की बाणी कहती है भी जिहड़ा बंदा धोखा करदा है ना किसी नाल, उहदे नाल मेरा कोई लैणा देना नहीं। मैं अपने गुरु नाल संबंध नहीं तोड़ सकता। असल विच इस भावना नाल जदों असीं समझांगे ना, इनू कहंदे ने चेर होआ देखै सारंग पाणी। महाराज सच्चे पातशाह जी कहंदे धन सो देश जहां तू वसिया। धन है वो देश जिथे तू वसदा है। अच्छा हुण वेखियो कित्थे वसदा है रब, भला उच्ची बोल के दस्सिओ माड़ा जिहा जे तुहाडे ध्यान विच है। आपां बहुत चर्चा करदे आं इहदे ते, रब कित्थे वसदा है? वाह जी वाह, सारियां थावां ते उहदे तो जदों सारियां थावां ते सब तो पहला मैनू रब कित्थे दिसेगा? मेरे हिरदे दे अंदरों, मेरे अंदरों रब ने दिसना। मन तू जोत स्वरूप है अपना मूल पछाण। मन हर जी तेरे नाल है, मना रब हमेशा तेरे नाल है। गुरमती रंग मान, जे तू खुशहाल रहना है तो गुरु की मत लै। तैनूं ऐ लगदा है गुरु की मत छड्ड के खुशहाल होवांगा मैं। बड़े बंदियां नूं ऐ लगदा साडे यूथ नूं, क्यों यूथ गुरुद्वारे नहीं आउंदा भला? सानूं ऐ लगदा है भी जे असीं गुरमत समझ लई ना, यूथ जिहड़ा साडा बच्चे ने ना जिहड़े साडे, उन्हां नूं ऐ लगदा भी जे हुणे ही गुरमत समझ लई ना ते असीं किसे जकड़ विच जकड़े जाना, सानूं गुलामी पै जानी कोई। इस करके अजे सानूं आज़ादी चाहीदी, अजे सानूं फ्रीडम चाहीदा। जदों असीं आज़ादी दा निग चंगी तरह मान लवांगे, फिर असीं गुरु साहब जी नूं आण के कहांगे हुण सानूं अपने गुलाम बना लो। पर नहीं प्यारिओ, गुलामी दी भी असल विच आज़ादी वास्ते भी कुछ गुलामियां बहुत जरूरी होंदियां ने। जिहड़ा बंदा गुलामी का एहसास नहीं ना, इहनूं समझना इदां आ, गुरु साहब जी कहंदे मेरा बच्चा, मेरा धी पुत जिंदगी च कदे झूठ नहीं बोलूगा। अज दे बंदे नूं लगदा है गुलामी है, पर तुसीं याद रखो जे तुसीं अपनी जिंदगी च झूठ कढ़दे हो ना, तो शायद सानू किते भी शर्मिंदिया ना होना पवे। हुण ये तां लगी गुलामी, क्योंकि गुरु साहब झूठ बोलण की आग्या नहीं दिंदे, पर तुहानूं ये फील क्यों नहीं होया भी ये गुण पैदा करन तो बाद जिहड़ा एटीट्यूड आउणा, जिहड़ा मान मिलना, जिहड़ी इज्जत मिलनी, जिहड़ी धौण उच्ची करके तुरना, जिहड़ा फकर होना अपने आप ते। हुण जदों चार बंदियां कहंदा यार इहदी कादी गल करनी है, थां थां ते झूठ बोलदा है। तुसीं मान लो चार बंदे खड़े होण ते कोई कहे यार इहदी गल करनी, इहदा तां पता नहीं किन्नियां थावां ते तां झूठा बंदा है। तुसीं दसो उस वेले उस बंदे दे अंदर दा एटीट्यूड बचदा है? फिर ਉਹਦਾ कोई मान रह जाता है उस वेले? तो जदों चार बंदियां च बंदा खड़ा होवे ते कहे यार इहदी ते क्या गल करनी, इहनूं अज तक किसी नाल चलाकी करदिआं नहीं वेखिआ, बेईमानी करदिआं नहीं वेखिआ, इहनूं किसी नाल माड़ा बोलदिआं नहीं वेखिआ, इहनूं किसी नाल धोखा करदिआं नहीं वेखिआ। जिहड़ा ਉਹ मान मिलदा है ना उस जगह ते एक किसी भी दौलत नाल नहीं खरीदिया जा सकदा, किसी शोहरत नाल नहीं खरीदिया जा सकदा। बाबे ने जपजी साहब च कहा भी जे जुग चारे आरजा होर दसूनी होए, नवां खंडां विच जाणीए नाल चले सब कोए, चंगा नाव रखाए कह जस कीरत जग ले। पर एक शर्त रखी महाराज ने, कहंदे जे तिस नदर ना आवे तां बात ना पुछे, तेरी औकात ही की है। फिर सो गुरु के प्यारिओ, बाबे ने जिहड़े शब्द वरते ना बड़े कीमती हैं। महाराज सच्चे पातशाह जी कहंदे तेरा मुख सुहावा जीव सहज तुन बाणी, चिर होवा देखे सारंग पाणी, धन सो देश। ते गुरु वसदा हिरदे च,
ਇਹਦਾ ਮਤਲਬ ਹੈ ਆਹ ਦੇਸ਼ ਧਨ ਹੈ। ਤੇ ਹੁਣ ਇਸ ਦੇਸ਼ ਵਿੱਚ ਜਿੱਥੇ ਗੁਰੂ ਹੋਵੇ ਉੱਥੇ ਲੋਭ ਟਿਕ ਸਕਦਾ? ਭਲਾ ਉੱਚੀ ਬੋਲ ਕੇ ਦੱਸਿਓ। ਨਹੀਂ ਰਹਿ ਸਕਦਾ। ਜਿੱਥੇ ਗੁਰੂ ਹੋਵੇ ਉੱਥੇ ਲਾਲਚ ਟਿਕ ਸਕਦਾ? ਨਹੀਂ ਟਿਕ ਸਕਦਾ। ਅੱਛਾ, ਇੱਥੇ ਗੁਰੂ ਰਹਿੰਦਾ ਹੈ, ਸਾਡੇ ਹਿਰਦੇ ਦੇ ਵਿੱਚ ਗੁਰੂ ਰਹਿੰਦਾ ਹੈ। ਹੁਣ ਇੱਥੇ ਲਾਲਚ ਵੀ ਰਹਿੰਦਾ, ਇੱਥੇ ਈਰਖਾ ਵੀ ਰਹਿੰਦੀ ਹੈ, ਇੱਥੇ ਲੋਭ ਵੀ ਰਹਿੰਦਾ, ਇੱਥੇ ਕ੍ਰੋਧ ਵੀ ਰਹਿੰਦਾ, ਸਾਰਾ ਕੁਛ ਹੀ ਤੇ ਰਹੀ ਜਾਂਦਾ ਹੈ। ਇਹਦਾ ਮਤਲਬ ਹੈ ਜੇ ਗੁਰੂ ਦਾ ਵਾਸਾ, ਜਿੱਦਣ ਗੁਰੂ ਵਸਿਆ ਨਾ, ਤੇ ਗੁਰੂ ਨੇ ਬਹਿੰਦਿਆਂ ਸਾਰੀ ਪਹਿਲਾ ਕੰਮ ਪਤਾ ਕੀ ਕਰਨਾ? ਨਸ ਵੱਜੋ ਕਿਲ ਵਿਖੋ ਕਰਤਾ ਘਰ ਆਇਆ। ਚਲੋ ਆਪਣੇ ਆਪਣੇ ਥਾਂ ਤੇ, ਤੁਹਾਡਾ ਇਹ ਥਾਂ ਨਹੀਂ, ਕਿਉਂਕਿ ਇੱਥੇ ਆਪਣਾ ਕਰਤਾ ਆਣ ਕੇ ਬਹਿ ਗਿਆ, ਕ੍ਰੀਏਟਰ ਜਿਹੜਾ ਮਾਲਕ ਹੈ ਉਹ ਇੱਥੇ ਆਣ ਕੇ ਬਹਿ ਗਿਆ। ਜਿਹੜਾ ਪਲਾਟ ਖਾਲੀ ਪਿਆ ਹੁੰਦਾ ਨਾ, ਖਾਲੀ ਪਲਾਟ ਪਿਆ ਹੁੰਦਾ ਜਿਹਦਾ ਮਾਲਕ ਨਹੀਂ ਹੁੰਦਾ ਕੋਈ, ਉਹ 'ਚ ਅਕਸਰ ਲੋਕ ਗੰਦਗੀ ਸੁੱਟ ਜਾਂਦੇ। ਪਰ ਜੇ ਪਤਾ ਹੋਵੇ ਨਾ ਵੀ ਇਹਦਾ ਮਾਲਕ ਆ ਗਿਆ ਕੋਈ, ਫਿਰ ਨਹੀਂ ਕੋਈ ਗੰਦਗੀ ਸੁੱਟਦਾ ਉੱਥੇ। ਅਸਲ ਵਿੱਚ ਨਾ ਤੁਸੀਂ ਆਪਣੀ ਜ਼ਿੰਦਗੀ ਦੇ ਪਲਾਟ ਨੂੰ ਖਾਲੀ ਰੱਖ ਲਿਆ। ਇਹਦਾ ਮਾਲਕ ਜਿਹੜਾ ਨਾ, ਉਹਨੂੰ ਤੁਸੀਂ ਇਹਦੇ ਕੋਲ ਆਉਣ ਨਹੀਂ ਦਿੱਤਾ। ਜਿੱਦਣ ਤੁਸੀਂ ਇਹਦੇ ਮਾਲਕ ਨੂੰ ਇਸ ਥਾਂ ਤੇ ਲੈ ਆਓਗੇ ਨਾ, ਇਹ ਮਾਲਕ ਫਿਰ ਇਹਦੇ ਵਿੱਚ ਕ੍ਰੋਧ ਨਹੀਂ ਟਿਕਣ ਦੇਗਾ, ਇਹਦੇ 'ਚ ਲੋਭ ਨਹੀਂ ਟਿਕਣ ਦੇਗਾ, ਇਹਦੇ 'ਚ ਈਰਖਾ ਨਹੀਂ ਟਿਕਣ ਦੇਗਾ, ਇਹਦੇ 'ਚ ਦਵੈਸ਼ ਭਾਵਨਾ ਨਹੀਂ ਟਿਕਣ ਦੇਗਾ, ਇਹਦੇ 'ਚ ਨਫ਼ਰਤ ਨਹੀਂ ਟਿਕਣ ਦੇਗਾ। ਇਹਦੇ ਵਿੱਚ ਇੱਕੋ ਹੀ ਇੱਕ ਚੀਜ਼ ਟਿਕੇਗੀ, ਫਿਰ ਉਹ ਕੀ ਹੈ? ਹੋਣ ਨਜ਼ੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ, ਸਾਬਰ ਅੰਦਰ ਸਾਬਰੀ ਤਨ ਐਵੇਂ ਜਾਲੇਨ। ਸਭ ਤੋਂ ਵੱਡਾ ਸਬਰ ਵਾਲਾ ਜੀਵਨ ਹੋਏਗਾ ਉਹਨਾਂ ਬੰਦਿਆਂ ਦਾ, ਤੇ ਰੱਬ ਦੇ ਲਾਗੇ ਹੋਣਗੇ ਤੇ ਢੰਡੋਰਾ ਨਹੀਂ ਪਿੱਟਦੇ ਫਿਰਨਗੇ। ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਹੜਾ ਰੱਬ ਦਾ ਪਿਆਰਾ ਹੁੰਦਾ ਨਾ, ਉਹਨੂੰ ਢੰਡੋਰਾ ਪਿੱਟ ਕੇ ਥੋੜੀ ਦੱਸਣਾ ਪੈਂਦਾ ਵੀ ਮੈਂ ਰੱਬ ਦਾ ਬੰਦਾ ਆ, ਮੇਰੇ ਕੋਲ ਬਹੁਤ ਰੱਬ ਦਾ ਗਿਆ। ਅੱਜ ਕੱਲ੍ਹ ਤਾਂ ਲਿਖਣਾ ਪੈਂਦਾ ਆਪਣੇ ਬੰਦੇ ਨੂੰ, ਡੇਰਿਆਂ ਦੇ ਬਾਹਰ ਲਿਖਿਆ ਹੋਇਆ ਬਹੁਤ ਪਹੁੰਚੇ ਹੋਏ ਬ੍ਰਹਮ ਗਿਆਨੀ 108 1008 ਬਾਬੇ ਨਾਨਕ ਦੇ ਨਾਮ ਨਾਲ ਕਿਤੇ ਨਹੀਂ ਲਿਖਿਆ ਹੋਇਆ ਵੀ ਬਾਬਾ ਨਾਨਕ ਜੀ ਬਹੁਤ ਪਹੁੰਚੇ ਹੋਏ ਨੇ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਵੱਡੀਆਂ ਵੱਡੀਆਂ ਤਾਕਤਾਂ ਨੇ ਸੀਸ ਝੁਕਾਇਆ, ਕਿਉਂਕਿ ਬਾਬੇ ਦਾ ਕਰਮ ਇਸ ਤਰ੍ਹਾਂ ਦਾ। ਸੋ ਗੁਰੂ ਕੇ ਪਿਆਰੇ, ਜਦੋਂ ਅਸੀਂ ਕਰਮ ਵਿੱਚ ਸਿੱਖੀ ਨੂੰ ਸ਼ਾਮਲ ਕਰਾਂਗੇ ਨਾ, ਤਾਂ ਸਾਡੇ ਜੀਵਨ ਦਾ ਹਿੱਸਾ ਫਿਰ ਉਹ ਗੱਲ ਸੱਚੀ ਮੁੱਚੀ ਬਣੇਗੀ। ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਦੇ ਅਗਲੇਰੇ ਬੰਦ ਵਿੱਚ। ਰਹਾਉ ਵਾਲਾ ਬੰਦ ਅਗਲੇਰੇ ਬੰਦ ਦਾ, ਹਉ ਘੋੜੀ ਜੀਓ ਘੋੜ ਘੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ। ਮੈਂ ਕੁਰਬਾਨ ਜਾਨਾ ਬਲਿਹਾਰ ਜਾਨਾ ਸੱਚੇ ਗੁਰੂ ਦੇ ਦਰਬਾਰ ਤੋਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲਯੁਗ ਕੀ ਹੈ? ਜਦੋਂ ਗੁਰੂ ਦੀ ਸਿੱਖਿਆ ਤੋਂ ਦੂਰ ਹੋ ਜਾਈਏ ਆਪਾਂ। ਅਦਰਵਾਈਜ਼ ਸਮਾਂ, ਤਰੀਕ ਦੀਆਂ ਘੜੀਆਂ ਕੋਈ ਕਲਯੁਗ ਨਹੀਂ ਹੁੰਦੀਆਂ। ਵਕਤ ਨਹੀਂ ਮੇਰੇ ਕੋਲ, ਮੈਂ ਉਸ ਬੰਨੇ ਬਹੁਤਾ ਜਾਵਾਂ। ਆਪਾਂ ਬੜੀ ਵਾਰ ਇਹਦੇ ਉੱਤੇ ਚਰਚਾ ਕਰਦੇ ਰਹਿੰਦੇ ਹਾਂ। ਤੁਸੀਂ ਵੇਖੋ, ਬੰਦੇ ਨੇ ਆਪਣੇ ਆਪ ਨੂੰ ਠੀਕ ਨਹੀਂ ਕੀਤਾ। ਆਪਣੇ ਆਪ ਨੂੰ ਠੀਕ ਸਾਬਤ ਕਰਨ ਵਾਸਤੇ ਕਿਹਾ ਸਮਾਂ ਹੀ ਕਲਯੁਗ ਦਾ ਹੈ। ਯਾਨੀ ਕਿ ਗਲਤੀਆਂ ਮੇਰੀਆਂ ਨੇ, ਪਰ ਮੈਂ ਖੁਦ ਨੂੰ ਠੀਕ ਨਹੀਂ ਕਰਨਾ ਚਾਹੁੰਦਾ। ਇਸ ਕਰਕੇ ਮੈਂ ਉਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਕਾਹਦੇ ਤੇ ਸੁੱਟਤੀ? ਕਲਯੁਗ ਦੀ। ਜਦੋਂ ਕੋਈ ਬੰਦਾ ਭੈੜੇ ਤੋਂ ਭੈੜਾ ਕਰਮ ਕਰਦਾ, ਕਹਿੰਦੇ ਹੁਣ ਹੈ ਹੀ ਕਲਯੁਗ। ਨਹੀਂ, ਕਲਯੁਗ ਨਹੀਂ ਹੈ। ਸਤਯੁਗ ਵੀ ਹੈਗਾ ਤੇ ਕਲਯੁਗ ਵੀ ਹੈਗਾ। ਸਾਡਾ ਸੁਭਾਅ ਹੈ ਕਿਤੇ ਉਹ ਕਲਯੁਗੀ ਹੋ ਜਾਂਦਾ ਤੇ ਕਿਤੇ ਉਹ ਸਤਯੁਗੀ ਹੋ ਜਾਂਦਾ। ਗੁਰੂ ਸਾਹਿਬ ਜੀ ਨੇ ਬੜੇ ਕੀਮਤੀ ਬੋਲ ਵਰਤੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੇ ਤੁਧ ਭਗਵੰਤਾ। ਹੁਣ ਸਾਰੇ ਇੱਕ ਵਾਰ ਨਾਲ ਨਾਲ ਵੇਖਿਓ, ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਮੈਨੂੰ ਇਹ ਜ਼ਿੰਦਗੀ ਰੂਪੀ ਰਾਤ ਚੰਗੀ ਨਹੀਂ ਲੱਗਦੀ, ਮੇਰੇ ਜੀਵਨ ਵਿੱਚ ਸਕੂਨ ਨਹੀਂ ਹੈ। ਕਿਹਦੇ ਤੋਂ ਬਿਨ ਦੇਖੇ ਗੁਰ ਦਰਬਾਰੇ ਜੀਓ। ਗੁਰੂ ਦਾ ਦਰਬਾਰ ਵੇਖਣ ਤੋਂ ਬਿਨਾਂ। ਤੇ ਗੁਰੂ ਨੇ ਬਾਣੀ 'ਚ ਇਹ ਗੱਲ ਜ਼ੋਰ ਦੇ ਕੇ ਸਮਝਾਏ ਕਿ ਗੁਰੂ ਤੇਰੇ ਨਾਲੋਂ ਵੱਖ ਨਹੀਂ ਹੈ, ਬਸ ਤੇਰੇ ਕੋਲ ਵੇਖਣ ਦੀ ਅੱਖ ਨਹੀਂ ਹੈ। ਗੁਰ ਮੇਰੇ ਸੰਗ ਸਦਾ ਹੈ, ਨਾਲੇ ਗੁਰੂ ਵੱਖਰਾ ਥੋੜੀ ਬੈਠਾ ਸਾਡੇ ਨਾਲੋਂ। ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਫੀਲ ਨਹੀਂ ਹੁੰਦੇ, ਅਸੀਂ ਅਹਿਸਾਸ ਨਹੀਂ ਕਰ ਪਾ ਰਹੇ ਗੁਰੂ ਦਾ। ਜਿਹੜੇ ਕਰਮ ਬੰਦਾ ਗੁਰਦੁਆਰੇ ਦੀ ਦਹਲੀਜ਼ ਤੋਂ ਬਾਹਰ ਕਰ ਰਿਹਾ, ਇਹ ਵੀ ਮੰਨਦਾ ਵੀ ਗੁਰਦੁਆਰੇ ਨਹੀਂ ਹੋ ਸਕਦੇ ਕਿਉਂਕਿ ਇਹ ਗੁਰੂ ਦਾ ਘਰ ਹੈ। ਪਰ ਇਹ ਮੰਨਦਾ ਵੀ ਗੁਰਦੁਆਰੇ ਹੀ ਸਿਰਫ ਗੁਰੂ ਰਹਿੰਦਾ, ਗੁਰਦੁਆਰੇ ਤੋਂ ਬਾਹਰ ਗੁਰੂ ਨਹੀਂ ਰਹਿੰਦਾ। ਜਿੱਦਣ ਸਿੱਖ ਨੇ ਹਰ ਥਾਂ ਤੇ ਗੁਰੂ ਨੂੰ ਮਹਿਸੂਸ ਕਰਨਾ ਸ਼ੁਰੂ ਕਰਤਾ, ਉਦੋਂ ਦੁਨੀਆ ਦਾ ਹਰ ਬੰਦਾ ਤੁਹਾਨੂੰ ਪੁੱਛੇਗਾ ਵੀ ਤੁਸੀਂ ਕਿਹਨੂੰ ਗੁਰੂ ਮੰਨਦੇ ਹੋ।
ਤੁਸੀਂ ਭਾਈ ਤਿਲਕਾ ਜੀ ਦਾ ਜੀਵਨ ਪੜ੍ਹ ਲਓ, ਭਾਈ ਪਾਰੋ ਜੀ ਦਾ ਜੀਵਨ ਪੜ੍ਹੋ। ਕਿੱਡੀ ਕਮਾਲ ਦੀ ਗੱਲ ਹੈ ਵੀ ਭਾਈ ਪਾਰੋ ਜੀ ਵਰਗੇ ਬੰਦੇ ਰਾਹ ਤੁਰੇ ਜਾਂਦੇ ਲੋਕਾਂ ਨੂੰ ਸਿੱਖਿਆ ਦੇ ਜਾਂਦੇ। ਤਾਂ ਹੀ ਕਹਿੰਦੇ ਨਾ ਸਿੱਖ ਗੁਰਦੁਆਰਾ ਹੈ, ਸਿੱਖ ਤੁਰਿਆ ਫਿਰਦਾ ਗੁਰਦੁਆਰਾ ਹੈ। ਤੁਹਾਡੇ ਸਿਰ ਤੇ ਪੱਗ ਤੇ ਚੁੰਨੀ ਨਹੀਂ ਹੁੰਦੀ, ਤੁਹਾਡੇ ਸਿਰ ਤੇ ਗੁਰੂ ਸਾਹਿਬ ਜੀ ਦੀ ਬਖਸ਼ਿਆ ਹੋਇਆ ਤਾਜ ਹੁੰਦਾ ਹੈ। ਜਿੱਥੇ ਜਾ ਕੇ ਪੱਗ ਖਲੋ ਜਾਏ ਉੱਥੇ ਹੀ ਗੁਰੂ ਖਲੋਂਦਾ ਜਾ ਕੇ, ਜਿੱਥੇ ਚੁੰਨੀ ਵਾਲੀ ਭੈਣ ਖਲੋਵੇ ਜਾ ਕੇ ਉੱਥੇ ਹੀ ਗੁਰੂ ਸਾਹਿਬ ਜੀ ਖਲੋਂਦੇ ਨੇ ਜਾ ਕੇ, ਔਰ ਉਹਦੇ ਸੁਭਾਅ ਵਿੱਚੋਂ ਗੁਰੂ ਸਾਹਿਬ ਜੀ ਝਲਕਦੇ ਨੇ। ਇਸ ਕਰਕੇ ਦੁਨੀਆ ਦਾ ਬਹੁਤ ਵੱਡਾ ਹਿੱਸਾ ਹੌਲੀ ਹੌਲੀ ਫਿਰ ਉਹਨਾਂ ਵੱਲ ਵੇਖ ਵੇਖ ਕੇ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਆਪਣੇ ਸੁਭਾਅ ਤੇ ਆਪਣੇ ਨੇਚਰ ਨੂੰ ਵੀ ਉਦਾਂ ਦਾ ਘੜਨ ਲੱਗ ਪੈਂਦਾ। ਪਰ ਅਸੀਂ ਕੀ ਕੀਤਾ, ਅਸੀਂ ਦੂਜਿਆਂ ਵੱਲ ਵੇਖ ਵੇਖ ਕੇ ਆਪਣੇ ਆਪ ਨੂੰ ਉਦਾਂ ਦੇ ਘੜਨ ਲੱਗ ਪਏ। ਸਿਰ ਤੋਂ ਪੱਗਾਂ ਲਾਤੀਆਂ, ਭੈਣਾਂ ਨੇ ਚੁੰਨੀਆਂ ਲਾਤੀਆਂ, ਅਸੀਂ ਆਪਣੀ ਬੋਲੀ ਛੱਡਤੀ, ਅਸੀਂ ਗੁਰਦੁਆਰੇ ਆਉਣ ਦਾ ਸੁਭਾਅ ਤਿਆਗਤਾ, ਅਸੀਂ ਸਾਰੀਆਂ ਚੀਜ਼ਾਂ ਹੌਲੀ ਹੌਲੀ ਦੂਜਿਆਂ ਦੀਆਂ ਗ੍ਰਹਿਣ। ਅੱਜ ਸਾਡੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਵਰਗੇ ਬਣਨਾ ਬੈਕਵਰਡ ਹੋਣਾ ਲੱਗਦਾ, ਤੇ ਅੱਜ ਸਾਡੇ ਬੱਚਿਆਂ ਨੂੰ ਕਿਸੇ ਹੋਰ ਸੱਭਿਅਤਾ ਦੇ ਵਿੱਚੋਂ ਕਾਪੀ ਕਰਕੇ ਉਦਾਂ ਦੇ ਬਣਨਾ ਮਾਡਰਨ ਹੋਣਾ ਲੱਗਦਾ। ਜਿਹੜੀ ਕੌਮ ਨੂੰ ਆਪਣਾ ਆਪ ਬੈਕਵਰਡ ਲੱਗਣ ਲੱਗ ਪਏ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨ ਦੇਖੇ ਗੁਰ ਦਰਬਾਰੇ ਜੀਓ। ਅਖੀਰਲੇ ਫਿਰ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਅਖੀਰਲੇ ਬੰਦ ਵਿੱਚ ਬਖਸ਼ਿਸ਼ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਹੋਂ ਘੋੜੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ, ਸੇਵਕ ਨਾਨਕ ਹੇ ਅਕਾਲ ਪੁਰਖ ਵਾਹਿਗੁਰੂ ਤੇਰਾ ਦਾਸ ਹੈ। ਗੱਲ ਪ੍ਰਮਾਤਮਾ ਦੀ ਚੱਲ ਰਹੀ ਹੈ, ਗੱਲ ਇੱਕ ਪੁੱਤਰ ਦੇ ਵੱਲੋਂ ਪਿਤਾ ਨੂੰ ਚਿੱਠੀ ਲਿਖਣ ਦੀ ਨਹੀਂ ਚੱਲ ਰਹੀ। ਭਾਗ ਹੋਵਾ ਗੁਰ ਸੰਤ ਮਿਲਾਇਆ। ਸਾਨੂੰ ਨਾ ਇਹ ਪੰਕਤੀਆਂ ਬਹੁਤ ਭੁਲੇਖੇ ਪਾਉਂਦੀਆਂ ਨੇ। ਹੁਣ ਇਹ ਗੱਲ ਇਹ ਧਿਆਨ 'ਚ ਰੱਖਿਓ ਵੀ ਆਪਾਂ ਸਾਰੇ ਸ਼ਬਦ ਵਿੱਚ ਸ਼ੁਰੂ ਕੀਤਾ ਸੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈਂ, ਤਾਂ ਇਹਦਾ ਮਤਲਬ ਗੁਰੂ ਦਾ ਜ਼ਿਕਰ ਚੱਲ ਰਿਹਾ। ਇੱਥੇ ਪੰਕਤੀ ਹੈ, ਭਾਗ ਹੋਵਾ ਗੁਰ ਸੰਤ ਮਿਲਾਇਆ, ਵੱਡੇ ਭਾਗ ਹੋਏ ਮੇਰੇ ਗੁਰੂ ਨੇ ਮੈਨੂੰ ਸੰਤ ਨੂੰ ਮਿਲਾਇਆ। ਅੱਛਾ, ਇਹ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਕਿਹੜਾ ਐਸਾ ਸੰਤ ਸੀ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਕਿਹਾ ਹੋਵੇ ਵੀ ਅੱਜ ਤੋਂ ਬਾਅਦ ਤੁਸੀਂ ਇਹਨਾਂ ਨੂੰ ਮਿਲਣਾ? ਅੱਜ ਵਾਲੇ ਸੰਤਾਂ ਨੇ ਕਿਹਾ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਵੀ ਸਾਡੀ ਗੱਲ ਕਰਦੇ ਆ, ਕਿਉਂਕਿ ਅਸੀਂ ਬਾਣੀ ਦੀਆਂ ਕੋਟੇਸ਼ਨਾਂ ਆਪਣੇ ਢੰਗ ਲਈ ਵਰਤਦੇ। ਸਾਧ ਕੇ ਚਰਨ ਧੋਏ ਧੋਏ ਪੀਓ, ਤੇ ਸਾਨੂੰ ਲੱਗਿਆ ਵੀ ਬਾਣੀ 'ਚ ਇਹ ਲਿਖਿਆ ਵੀ ਕਿਸੇ ਬਾਬੇ ਦੇ ਪੈਰ ਧੋ ਕੇ ਪੀਣਾ ਵੀ ਸ਼ਾਇਦ ਧਰਮ, ਕਿਉਂਕਿ ਸਾਧ ਅਸੀਂ ਬਾਬੇ ਨੂੰ ਬਣਾ ਲਿਆ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤਿਆ, ਭਾਗ ਹੋਵਾ ਗੁਰ ਸੰਤ ਮਿਲਾਇਆ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਵੇਲੇ ਕੋਈ ਵੀ ਐਸਾ ਇੱਕ ਵਿਅਕਤੀ ਨਹੀਂ ਹੈ ਜਿਹਦੇ ਨਾਮ ਨਾਲ ਸੰਤ ਸ਼ਬਦ ਜੋੜਿਆ ਜਾਂਦਾ ਹੋਵੇ। ਤੇ ਗੁਰੂ ਦੀ ਨਿਗਾਹ ਦੇ ਵਿੱਚ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਨਿਗਾਹ ਦੇ ਵਿੱਚ ਸੰਤ ਹੈ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ। ਭਾਗ ਹੋਆ, ਵੱਡੇ ਭਾਗ ਹੋਏ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਗੁਰੂ ਨੇ ਮੈਨੂੰ ਸੰਤ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਾ ਦਿੱਤਾ। ਪ੍ਰਭ ਅਬਿਨਾਸ਼ੀ, ਅਗਲੀ ਪੰਕਤੀ ਪੜ੍ਹੋ, ਪ੍ਰਭ ਅਬਿਨਾਸ਼ੀ ਘਰ ਮੈਂ ਪਾਇਆ। ਸਪਸ਼ਟ ਹੋਈ ਗੱਲ, ਕਿਹੜੇ ਸੰਤ ਦੀ ਗੱਲ ਚੱਲ ਰਹੀ ਹੈ? ਪਰਮਾਤਮਾ ਦੀ ਗੱਲ ਚੱਲ ਰਹੀ ਹੈ, ਨਾ ਕਿ ਕਿਸੇ ਚੋਲੇ ਵਾਲੇ ਬਾਬੇ ਦੀ ਗੱਲ ਚੱਲ ਰਹੀ ਹੈ, ਕਿਸੇ ਸੰਤ ਦੀ ਗੱਲ ਚੱਲ ਰਹੀ ਹੈ, ਕਿਸੇ ਬ੍ਰਹਮ ਗਿਆਨੀ ਦੀ ਗੱਲ ਚੱਲ ਰਹੀ ਹੈ। ਗੱਲ ਚੱਲ ਰਹੀ ਹੈ ਪ੍ਰਭ ਅਬਿਨਾਸ਼ੀ, ਬੋਲੋ ਗੱਜ ਕੇ, ਘਰ ਮੈਂ ਪਾਇਆ। ਪ੍ਰਭੂ ਪਰਮਾਤਮਾ ਰੂਪੀ ਅਕਾਲ ਪੁਰਖ ਵਾਹਿਗੁਰੂ ਸੰਤ ਮੈਨੂੰ ਮੇਰੇ ਗੁਰੂ ਨੇ ਘਰ ਮੈਂ ਮੇਰੇ ਅੰਦਰੋਂ ਹੀ ਵਿਖਾਇਆ ਵੀ ਤੂੰ ਰੱਬ ਦਾ ਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪ੍ਰਭ ਬਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ। ਹੁਣ ਮੈਂ ਅਜਿਹੇ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣਾ ਹੈ, ਹਰ ਵੇਲੇ ਹਾਜ਼ਰ ਰਹਿਣਾ। ਤੇ ਗੁਰੂ ਦੀ ਸੇਵਾ ਕੀ ਹੈ? ਇਹ ਚੇਤਾ ਰੱਖਿਓ, ਮੇਰੀ ਕੌਮ ਨੂੰ ਅਜੇ ਗੁਰੂ ਦੀ ਸੇਵਾ ਕਰਨੀ ਨਹੀਂ ਆਈ। ਇਹ ਸੱਚਾਈ ਹੈ। ਜਿੱਦਣ ਸਾਨੂੰ ਗੁਰੂ ਦੀ ਸੇਵਾ ਕਰਨੀ ਆ ਗਈ ਨਾ, ਹਰ ਜੀਅ ਵਿੱਚ ਸਾਨੂੰ ਗੁਰੂ ਦਿਸੇਗਾ ਤੇ ਹਰ ਜੀਅ ਦੀ ਸੇਵਾ ਗੁਰੂ ਦੀ ਸੇਵਾ ਹੋਏ। ਬੰਦੇ, ਸਾਡਾ ਸਮਾਜ ਬਾਬਿਆਂ ਦੇ ਪੈਰ ਘੁੱਟ ਸਕਦਾ ਪਰ ਆਪਣੇ ਮਾਂ-ਬਾਪ ਦੇ ਪੈਰ ਨਹੀਂ ਘੁੱਟ ਸਕਦਾ। ਮਾਂ-ਬਾਪ ਦੇ ਪੈਰੀਂ ਹੱਥ ਲਾਉਣ ਨੂੰ ਕਹਿੰਦੇ ਬਰਾਬਰਤਾ ਹੈ। ਅੱਜ ਦਾ ਸਮਾਂ ਕਹਿੰਦਾ ਵੀ ਮਾਂ-ਬਾਪ ਦੇ ਪੈਰੀਂ ਹੱਥ ਨਹੀਂ ਲਾਈਦੇ ਹੁੰਦੇ, ਕਿਉਂਕਿ ਪੈਰੀਂ ਹੱਥ ਲਾਉਣਾ ਗੁਲਾਮੀ ਹੈ। ਅੱਛਾ, ਮਾਂ-ਬਾਪ ਦੇ ਪੈਰੀਂ ਹੱਥ ਲਾਉਣਾ ਗੁਲਾਮੀ ਹੈ ਤੇ ਕਿਸੇ ਬਾਬਿਆਂ ਦੇ ਪੈਰਾਂ 'ਚ ਬਹਿਣਾ ਕਹਿੰਦੇ ਇਹ ਗੁਲਾਮੀ ਨਹੀਂ। ਜਿਹਨੇ ਜਨਮ ਦਿੱਤਾ ਹੈ, ਜਿਸ ਮਾਂ-ਬਾਪ ਨੇ ਤੁਹਾਨੂੰ ਇਹ ਦੁਨੀਆ ਵਿਖਾਈ ਹੈ,
ਉਹਨਾਂ ਦੇ ਸਾਹਮਣੇ ਝੁਕਣਾ ਗੁਲਾਮੀ ਹੈ। ਤੇ ਜਿਸ ਸਾਧ ਦਾ ਸਾਡੀ ਜ਼ਿੰਦਗੀ ਨਾਲ ਲੈਣਾ ਦੇਣਾ ਹੀ ਕੋਈ ਨਹੀਂ, ਸਾਡੀਆਂ ਹੀ ਉਹ ਦਿੱਤੀਆਂ ਹੋਈਆਂ ਚੀਜ਼ਾਂ ਤੇ ਪਲ ਲਿਆ, ਉਹਦੇ ਪੈਰਾਂ ਵਿੱਚ ਬੰਦੇ ਬਹਿ ਰਹੇ ਨੇ। ਬੰਦਾ ਗੱਡੀ ਨਵੀਂ ਲਿਆਵੇ, ਬਾਬਾ ਜੀ ਦੇ ਪੈਰ ਪਾਉਣੇ ਨੇ, ਕਿਤੇ ਮਾਂ ਦੇ ਪੈਰ ਪਵਾਇਆ ਕਰੋ ਨਵੀਂ ਗੱਡੀ ਵਿੱਚ, ਬਿਠਾਓ ਕਿਤੇ ਬਾਪੂ ਨੂੰ ਨਵੀਂ ਗੱਡੀ ਲਿਆ ਕੇ ਵੀ ਬਾਪੂ ਜੀ ਆਓ ਤੁਹਾਡੇ ਚਰਨ ਪਵਾਈਏ। ਮਾਂ ਬੇਬੇ ਆ ਤੇਰੇ ਪੈਰ ਪਵਾਵਾਂ ਇਸ ਨਵੀਂ ਗੱਡੀ ਵਿੱਚ, ਤੇ ਸ਼ਾਇਦ ਮੈਨੂੰ ਲੱਗਦਾ ਸਾਡੇ ਘਰ ਸਵਰਗ ਬਣ ਜਾਣਗੇ। ਔਰ ਅਸੀਂ ਇਸ ਬਿਮਾਰੀ ਵਿਹਲੜ ਸਾਧਾਂ ਨੂੰ ਸੱਦ ਕੇ, ਤੁਸੀਂ ਵਿਹਲੜ ਬਾਬਿਆਂ ਨੂੰ ਆਪਣੇ ਘਰਾਂ 'ਚ ਚਰਨ ਪਵਾ ਕੇ, ਜਿਸ ਘਰ ਵਿੱਚ ਤੁਹਾਨੂੰ ਮਾਂ ਦੇ ਚਰਨ ਚੰਗੇ ਨਹੀਂ ਲੱਗਦੇ ਉਸ ਘਰ ਵਿੱਚ ਤੁਸੀਂ ਬਾਬਿਆਂ ਦੇ ਚਰਨ ਪਵਾਉਣ ਨੂੰ ਫਿਰਦੇ ਹੋ। ਜਿਸ ਘਰ ਵਿੱਚ ਤੁਹਾਨੂੰ ਬਾਪੂ ਦੇ ਚਰਨ ਚੰਗੇ ਨਹੀਂ ਲੱਗਦੇ ਉਸ ਘਰ ਵਿੱਚ ਤੁਸੀਂ ਵਿਹਲੜਾਂ ਦੇ ਪੈਰ। ਇਹਦਾ ਮਤਲਬ ਇਹ ਹੈ ਵੀ ਗੁਰਮਤਿ ਦਾ ਦ੍ਰਿਸ਼ਟੀਕੋਣ ਸਾਨੂੰ ਸਮਝਣਾ ਨਹੀਂ ਆਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਭਾਗ ਹੋਵਾ ਗੁਰ ਸੰਤ ਮਿਲਾਇਆ, ਪ੍ਰਭੇ ਬਿਨਾਸ਼ੀ ਘਰ ਮੈਂ ਪਾਇਆ, ਸੇਵ ਕਰੀ ਪਲ ਚੱਸਾ ਨਾ ਵਿਛੜਾ। ਚੱਸਾ ਕਹਿੰਦੇ ਨੇ ਬਿਲਕੁਲ ਸਾਹ ਲੈਣ ਦੇ ਸਮੇਂ, ਇੱਕ ਸਾਹ ਲੈਣ ਦਾ ਸਮਾਂ। ਮੈਂ ਇੱਕ ਸਾਹ ਲੈਣ ਦਾ ਸਮਾਂ ਵੀ ਆਪਣੇ ਗੁਰੂ ਤੋਂ ਦੂਰ ਨਾ ਹੋਵਾਂ। ਜਨ ਨਾਨਕ ਦਾਸ ਤੁਮਾਰੇ ਜੀਓ, ਸੇਵਕ ਨਾਨਕ ਤੁਹਾਡਾ ਦਾਸ ਹੈ, ਤੁਹਾਡੇ ਘਰ ਦਾ ਗੁਲਾਮ ਹੈ। ਦਾਸ ਦਾ ਅਰਥ ਹੁੰਦਾ ਹੈ ਗੁਲਾਮ। ਅਸੀਂ ਗੁਰੂ ਨਾਨਕ ਜੀ ਦੇ ਘਰ ਦੇ ਗੁਲਾਮ ਆ। ਬਾਬੇ ਨਾਨਕ ਦੇ ਘਰ ਤੋਂ ਇਲਾਵਾ, ਗੁਰੂ ਦੇ ਘਰ ਤੋਂ ਇਲਾਵਾ ਕਿਸੇ ਹੋਰ ਦੇ ਗੁਲਾਮ ਹੋਣਾ ਸਾਨੂੰ ਨਹੀਂ ਆਉਂਦਾ। ਪਰ ਅੱਜ ਸਮਾਜ ਪਤਾ ਨਹੀਂ ਕਿਹਦਾ ਗੁਲਾਮ। ਬੱਚਾ 18-20 ਸਾਲਾਂ ਦਾ ਹੁੰਦਾ, ਤੁਸੀਂ ਬੱਚੇ ਦੇ ਆਨੰਦ ਕਾਰਜ ਦਾ ਦਿਨ ਰੱਖਣਾ, ਤੁਸੀਂ ਸਿਆਣੇ ਲੱਭਦੇ ਫਿਰਦੇ ਹੋ ਵੀ ਕਿਸੇ ਸਿਆਣੇ ਨੂੰ ਪੁੱਛੀਏ ਵੀ ਕਿਹੜਾ ਦਿਨ ਰੱਖੀਏ। ਹੱਦ ਹੋ ਗਈ। ਜਿਸ ਮਾਂ ਬਾਪ ਨੇ ਬੱਚੇ ਨੂੰ ਜਨਮ ਦਿੱਤਾ ਉਹਨਾਂ ਨੂੰ ਇੰਨਾ ਵੀ ਹੱਕ ਨਹੀਂ ਵੀ ਉਹਦੇ ਵਿਆਹ ਦੀ ਤਰੀਕ ਰੱਖ ਲੈਣ, ਕਿ ਉਹ ਇੰਨੇ ਵੀ ਸਿਆਣੇ ਨਹੀਂ ਹਨ। ਤੇ ਜਿਹਦੇ ਕੋਲੋਂ ਤੁਸੀਂ ਵਿਹਲੜ ਕਿਸੇ ਕੋਲੋਂ ਜਾ ਕੇ ਤਰੀਕ ਪੁੱਛਣਾ ਚਾਹੁੰਦੇ ਹੋ ਵੀ ਉਹਨੂੰ ਕਿਹਨੇ ਦੱਸਿਆ ਵੀ ਉਹ ਤਰੀਕ ਵਧੀਆ ਦੱਸੇਗਾ, ਜੋ ਚੰਗਾ ਮਹੂਰਤ ਕੱਢ ਕੇ ਦੱਸੇਗਾ। ਹੋਣਾ ਤਾਂ ਇਹ ਚਾਹੀਦਾ ਸੀ ਵੀ ਅਸੀਂ ਸਿਆਣੇ ਪਰਿਵਾਰਕ ਮੈਂਬਰ ਰਲ ਕੇ ਬਹਿੰਦੇ ਸਾਰੇ, ਮਾਂ ਦੀ ਗੱਲ ਨਹੀਂ ਸੁਣਨੀ, ਪਿਤਾ ਦੀ ਗੱਲ ਨਹੀਂ ਸੁਣਨੀ, ਰਿਸ਼ਤੇਦਾਰਾਂ ਨਾਲ ਕੋਈ ਸਲਾਹ ਨਹੀਂ ਕਰਨੀ, ਤੇ ਅਸੀਂ ਸਲਾਹਾਂ ਉਹਨਾਂ ਤੋਂ, ਜਿਹੜੇ ਪੈਸੇ ਲੈ ਕੇ ਸਲਾਹ ਦਿੰਦੇ ਨੇ ਉਹਨਾਂ ਤੋਂ ਸਲਾਹਾਂ ਪੁੱਛਦੇ ਫਿਰਦੇ ਆ ਵੀ ਵਿਆਹ ਨੂੰ ਵਧੀਆ ਦਿਨ ਕਿਹੜਾ ਰਹੇਗਾ। ਔਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਅਸਲ ਵਿੱਚ ਨਾ ਸਾਫ਼ ਸੁਥਰੇ ਸ਼ਬਦਾਂ ਵਿੱਚ, ਵਕਤ ਨਹੀਂ ਇੱਧਰ ਮੈਂ ਜਾਵਾਂ ਹੁਣ, ਅਸੀਂ ਜਦੋਂ ਕਿਸੇ ਸਿਆਣੇ ਕੋਲ, ਕਿਸੇ ਪੰਡਤ ਕੋਲ ਪੱਤਰੀ ਵਿਖਾਉਣ ਜਾਂਦੇ ਆ ਨਾ ਵੀ ਸਾਡੇ ਵਿਆਹ ਦੀ ਤਰੀਕ ਕਿਹੜੀ ਰੱਖੀ ਜਾਏ, ਇਹਦਾ ਮਤਲਬ ਇਹ ਹੈ ਵੀ ਤੁਹਾਨੂੰ ਨਾ ਆਪਣੇ ਆਪ ਤੇ ਭਰੋਸਾ ਹੈ ਤੇ ਨਾ ਤੁਹਾਨੂੰ ਗੁਰੂ ਤੇ ਭਰੋਸਾ ਹੈ। ਔਰ ਚੰਗਾ ਇਹ ਹੋਵੇ ਤੁਸੀਂ ਦਾਨੇ ਰਿਸ਼ਤੇਦਾਰ ਬੈਠੋ, ਦਾਨੇ ਸਿਆਣੇ ਮੈਂਬਰ ਬੈਠਣ, ਜਿਹੜੀ ਤਰੀਕ ਤੁਹਾਨੂੰ, ਜਿਹੜਾ ਸਮਾਂ, ਜਿਹੜਾ ਵੇਲਾ ਤੁਹਾਨੂੰ ਸਾਰੇ ਰਿਸ਼ਤੇਦਾਰਾਂ ਨੂੰ ਸ਼ੂਟ ਕਰਦਾ ਵੀ ਸਾਰੇ ਇਕੱਠੇ ਹੋ ਸਕਦੇ ਨੇ, ਉਹ ਤਰੀਕ ਰੱਖ ਲਈ ਜਾਏ। ਪਰ ਤੁਸੀਂ ਕਿਸੇ ਬਾਹਮਣ ਨੂੰ ਜਾ ਕੇ ਪੁੱਛਣਾ ਵੀ ਤਰੀਕ ਕਿਹੜੀ ਰੱਖਣੀ ਹੈ, ਰਿਸ਼ਤੇਦਾਰ ਕੋਈ ਆਵੇ ਨਾ ਆਵੇ, ਰਿਸ਼ਤੇਦਾਰ ਕੋਲ ਪਹੁੰਚਿਆ ਜਾਏ ਨਾ ਪਹੁੰਚਿਆ ਜਾਏ, ਅਸੀਂ ਇਸ ਤਰ੍ਹਾਂ ਦੇ ਕਰਮ ਵਿੱਚ ਉਲਝ ਜਾਂਦੇ ਹਾਂ। ਕਿਉਂਕਿ ਸਾਡਾ ਸਾਂਝ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਹੈ। ਸੇਵ ਕਰੀ ਪਲ ਚੱਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਉਸ ਗੁਰੂ ਬਾਬਾ ਮਿਹਰ ਕਰੇ ਸਾਨੂੰ ਬਾਣੀ ਦੇ ਦੱਸੇ ਉਪਦੇਸ਼ ਤੇ ਚੱਲਣ ਦੀ ਜਾਚ ਆਵੇ। ਹਉ ਘੋੜੀ ਜਿਉ ਕੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਸਭਨਾਂ ਦਾ ਧੰਨਵਾਦ, ਗੁਰੂ ਸਾਹਿਬ ਜੀ ਦਾ ਸ਼ੁਕਰਾਨਾ। ਬਾਣੀ ਨੂੰ ਆਪ ਪੜ੍ਹਿਆ ਕਰੋ, ਸੁਣਿਆ ਕਰੋ, ਸਮਝਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਬਾਣੀ ਲਿਖੀ ਹੈ। ਅਸੀਂ ਜਿੰਨੇ ਬਾਣੀ ਤੋਂ ਦੂਰ ਹੁੰਦੇ ਜਾਵਾਂਗੇ ਓਨੇ ਕਰਮ ਕਾਂਡਾਂ 'ਚ ਉਲਝਦੇ ਜਾਵਾਂਗੇ। ਸਭਨਾਂ ਦਾ ਤਹਿ ਦਿਲੋਂ ਧੰਨਵਾਦ, ਸ਼ੁਕਰਾਨਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਭੁੱਲਾਂ ਮੇਰੀਆਂ ਸਮਝ ਕੇ ਮਾਫ ਕਰ ਦੇਣੀਆਂ। ਜੇ ਕੋਈ ਸ਼ਬਦ ਚੰਗਾ ਲੱਗਾ ਹੋਵੇ ਉਹ ਮੇਰਾ ਨਹੀਂ, ਸਹਿਬ ਸੱਚੇ ਪਾਤਸ਼ਾਹ ਜੀ ਦਾ ਸਮਝ ਕੇ ਹਿਰਦੇ 'ਚ ਵਸਾਇਓ। ਮਾਲਕ ਜੀ ਦਾ ਕਰੋ ਸ਼ੁਕਰਾਨਾ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ